ਸਾਰੇ ਵਿਸ਼ਵ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਨੇ, ਸਾਰੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਜਦੋਂ ਅਸੀਂ ਇਤਿਹਾਸ ਨੂੰ ਵਾਚਦੇ ਹਾਂ ਤੇ ਪਤਾ ਲੱਗਦਾ ਹੈ ਕਿ ਜ਼ਿਲ੍ਹਾ ਗੁਜਰਾਤ ਵਿੱਚ ਇੱਕ ਪਿੰਡ ਵਸਦਾ ਹੈ ਜਿਸ ਦਾ ਨਾਂ ਹੈ ਮੰਗਵਾੜ। ਇੱਥੇ 3 ਖੱਤਰੀਆਂ ਦੇ ਬਹੁਤ ਸਾਰੇ ਘਰ ਵਸਦੇ ਨੇ। ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਮੁਖੀਆ ਹੈ ਸੂਰਜਮਲ। ਸੂਰਜਮਲ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਂ ਰੱਖਿਆ ਗਿਆ ਗਹਿਣੂਮਲ। ਗਹਿਣੂਮਲ ਦੇ ਅੱਗੋਂ 4 ਪੁੱਤਰ ਹੋਏ ਜਿਨ੍ਹਾਂ ਦਾ ਨਾਂ ਸੀ ਰਾਜੀਨਾ, ਗੁਰੀਆਮਲ, ਫੇਰੂਮਲ ਅਤੇ ਅਰਥੀਮਲ। ਸਮਾਂ ਪਾ ਕੇ ਇਹ ਜਿਹੜੇ ਫੇਰੂਮਲ ਜੀ ਸਨ, ਇਹਨਾਂ ਦਾ ਵਿਆਹ ਪਿੰਡ ਮੱਤੇ ਕੀ ਸਰਾਂ ਵਿਖੇ ਹੋਇਆ, ਜਿਸ ਨੂੰ ਨਾਗੇ ਦੀ ਸਰਾਂ ਵੀ ਆਖਿਆ ਜਾਂਦਾ। ਇੱਥੇ ਰਹਿੰਦਿਆਂ ਹੋਇਆਂ ਫੇਰੂਮਲ ਜੀ ਦੇ ਕਿਉਂਕਿ ਨਾਨਕੇ ਵੀ ਇਸੇ ਪਿੰਡ ਸਨ, ਇਸ ਵਾਸਤੇ ਇਸੇ ਪਿੰਡ ਵਿੱਚ ਵਿਆਹ ਹੋਇਆ ਔਰ ਇਸੇ ਪਿੰਡ ਵਿੱਚ ਹੀ ਬਾਅਦ ਵਿੱਚ ਇਹ ਵਸ ਗਏ। ਔਰ ਇਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ 31 ਮਾਰਚ 1504 ਈਸਵੀ ਨੂੰ, ਵੈਸਾਖਵਦੀ 1 ਵੈਸਾਖ 5 ਨੂੰ 1561 ਬਿਕਰਮੀ ਵਿੱਚ, ਔਰ ਉਸ ਦਾ ਨਾਂ ਰੱਖਿਆ ਗਿਆ ਲਹਿਣਾ ਜੀ। ਸਿੱਖ ਇਤਿਹਾਸ ਦਾ ਇਹ ਬੜਾ ਸਤਿਕਾਰਯੋਗ ਨਾਂ ਹੈ, ਬੜਾ ਮਹਾਨ ਨਾਮ ਹੈ, ਜਿਸ ਬਾਰੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਕੋਈ ਸਿੱਖ ਨਾਹੀਂ ਗੁਰੂ ਅੰਗਦ ਜਿਹਾ। ਭਾਵ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਵਰਗੀ ਸਿੱਖੀ ਕਿਸੇ ਨੇ ਕਮਾਈ। ਜਦੋਂ ਇਹ ਬਾਬਾ ਲਹਿਣਾ ਜੀ ਥੋੜੇ ਵੱਡੇ ਹੋਏ, ਪਰਿਵਾਰ ਦਾ ਮਾਹੌਲ ਜਿਹੜਾ ਸੀ ਉਹ ਧਾਰਮਿਕ ਹੋਣ ਕਰਕੇ, ਕਿਉਂਕਿ ਇਹਨਾਂ ਦੇ ਪਿਤਾ ਜੀ ਹਰ ਸਾਲ ਸੰਗਤ ਲੈ ਕੇ ਤੇ ਜਵਾਲਾ ਜੀ ਦੇ ਸਥਾਨ ਤੇ ਦਰਸ਼ਨ ਮੇਲਾ ਕਰਨ ਵਾਸਤੇ ਜਾਇਆ ਕਰਦੇ ਸਨ, ਉਹ ਸੰਗ ਦੇ ਇਹ ਮੁਖੀ ਸਨ। ਇਸ ਵਾਸਤੇ ਘਰ ਦਾ ਮਾਹੌਲ ਧਾਰਮਿਕ ਹੋਣ ਕਰਕੇ ਇਹਨਾਂ ਦੀਆਂ ਬਿਰਤੀ ਜਿਹੜੀ ਸੀ, ਇਹਨਾਂ ਦੀਆਂ ਪ੍ਰਵਿਰਤੀਆਂ ਜਿਹੜੀਆਂ ਸਨ, ਉਹ ਵੀ ਧਾਰਮਿਕ ਹੋ ਗਈਆਂ। ਸ਼ੁਰੂ ਤੋਂ ਹੀ ਲੈ ਕੇ ਹੋਣਹਾਰ ਬਿਰਵਾਨ ਕੇ ਚਿਕਲੇ ਚਿਕੇ ਪਾਤ ਦੇ ਕਥਨ ਅਨੁਸਾਰ ਇਹਨਾਂ ਦਾ ਸੁਭਾਅ ਜਿਹੜਾ ਸੀ ਬੜਾ ਅਧਿਆਤਮਵਾਦੀ ਸੀ, ਧਾਰਮਿਕ ਸੀ ਔਰ ਸਾਰਿਆਂ ਨਾਲ ਪ੍ਰੇਮ ਪਿਆਰ ਕਰਨ ਵਾਲਾ ਸੀ। ਸਮਾਂ ਬੀਤਦਾ ਗਿਆ। ਸਮੇਂ ਦੇ ਬੀਤਣ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਪਿਤਾ ਬਾਬਾ ਫੇਰੂਮਲ ਜੀ ਜਿਹੜੇ ਨੇ, ਇਹਨਾਂ ਨੇ ਵਪਾਰ ਦੇ ਵਿੱਚ ਘਾਟਾ ਪੈਣ ਕਰਕੇ ਇਹਨਾਂ ਨੇ ਆਪਣੇ ਇਲਾਕੇ ਦੇ ਇੱਕ ਚੌਧਰੀ ਤਖਤ ਮੱਲ ਦੀ ਨੌਕਰੀ ਕਰ ਲਈ। ਇਹਨਾਂ ਦਾ ਪਰਿਵਾਰ ਵਧੀਆ, ਇਹਨਾਂ ਦਾ ਸੁਭਾਅ ਵਧੀਆ ਹੋਣ ਕਰਕੇ ਬਾਬਾ ਤਖਤ ਮੱਲ ਜੀ ਦੇ ਜਾਂ ਚੌਧਰੀ ਤਖਤ ਮੱਲ ਜੀ ਦੇ ਪਰਿਵਾਰ ਵਿੱਚ ਇਹਨਾਂ ਦਾ ਪਰਿਵਾਰਕ ਸੰਬੰਧ ਜੁੜ ਗਿਆ। ਭਾਵ ਪਰਿਵਾਰ ਵਾਂਗੂ ਰਹਿਣ ਲੱਗੇ, ਭੈਣ ਭਰਾਵਾਂ ਵਾਂਗੂ ਇਹਨਾਂ ਦਾ ਉਸ ਪਰਿਵਾਰ ਨਾਲ ਨਾਤਾ ਜਿਹੜਾ ਸੀ ਉਹ ਜੁੜ ਗਿਆ। ਇਸੇ ਵਾਸਤੇ ਹੀ ਚੌਧਰੀ ਤਖਤ ਮੱਲ ਜੀ ਦੀ ਪੁੱਤਰੀ ਜਿਹੜੀ, ਜਿਸ ਨੂੰ ਮਾਈ ਸਭਰਾਈ ਜਾਂ ਵਿਰਾਈ ਆਖਿਆ ਜਾਂਦਾ ਹੈ, ਜਿਹੜੀ ਖਡੂਰ ਵਿਆਹੀ ਸੀ ਮਹਿਮੇ ਖਹਿਰੇ ਦੇ ਨਾਲ, ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਭੂਆ ਹੋਣ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਸਤਿਗੁਰੂ ਜੀ ਦੇ ਭੂਆ ਜੀ ਸਨ। ਅਸਲ ਵਿੱਚ ਇਹ ਸੀ ਕਿ ਉਹ ਚੌਧਰੀ ਤਖਤ ਮੱਲ ਜੀ ਦੀ ਧੀ ਸੀ ਤੇ ਉਹ ਮੂੰਹ ਬੋਲੀ ਭੈਣ ਸੀ ਬਾਬਾ ਫੇਰੂਮਲ ਜੀ। ਤੇ ਇੰਨਾ ਪਿਆਰ ਬਣ ਗਿਆ ਕਿ ਕਦੀ ਕਦੀ ਇਹ ਮਾਈ ਸਭਰਾਈ ਜਿਹੜੀ ਹੈ, ਇਹ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ, ਭਾਵ ਲਹਿਣਾ ਜੀ ਨੂੰ ਆਪਣੇ ਕੋਲ ਆਪਣੇ ਪਿੰਡ ਖਡੂਰ ਵੀ ਲੈ ਆਉਂਦੀ। ਕਈ ਦਿਨ ਉਹਨਾਂ ਦੇ ਕੋਲ ਰਹਿੰਦੇ, ਪਿਆਰ ਮਾਣਦੇ, ਬੜਾ ਮੇਲ ਮਿਲਾਪ ਵਾਲਾ ਸੰਬੰਧ ਜਿਹੜਾ ਸੀ ਉਹ ਜੁੜਿਆ ਰਿਹਾ। ਹੌਲੀ ਹੌਲੀ ਸਮਾਂ ਬੀਤਿਆ। ਇਸੇ ਹੀ ਮਾਈ ਸਭਰਾਈ ਨੇ ਵਿੱਚ ਪੈ ਕੇ, ਵਿਚੋਲਣ ਬਣ ਕੇ ਜਾਂ ਸਾਰੀ ਜ਼ਿੰਮੇਵਾਰੀ ਚੁੱਕ ਕੇ ਲਹਿਣਾ ਜੀ ਦਾ ਨਾਤਾ ਵੀ ਜਿਹੜਾ ਸੀ ਖਡੂਰ ਦੇ ਨਾਲ ਵਸਦੇ ਇੱਕ ਪਿੰਡ ਸੰਗਰ ਦੇ ਰਹਿਣ ਵਾਲੇ ਦੇਵੀ ਚੰਦ ਖੱਤਰੀ ਦੀ ਪੁੱਤਰੀ ਖੀਵੀ ਜੀ ਨਾਲ ਕਰ ਦਿੱਤਾ। ਇਹ 1521 ਦੀ ਘਟਨਾ ਹੈ। ਭਾਵ 17 ਕੁ ਸਾਲ ਦੀ ਉਮਰ ਸੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਉਸ ਵੇਲੇ। ਸਮਾਂ ਬੀਤਿਆ। 1526 ਦੇ ਵਿੱਚ ਬਾਬਾ ਲਹਿਣਾ ਜੀ ਦੇ ਪਿਤਾ ਜੀ ਭਾਵ ਫੇਰੂਮਲ ਜੀ ਜਿਹੜੇ ਸਨ, ਉਹ ਚੜ੍ਹਾਈ ਕਰ ਗਏ। ਜਿੱਥੇ ਘਰ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਨ ਉਹ ਭਾਈ ਲਹਿਣਾ ਜੀ ਦੇ ਸਿਰ ਤੇ ਪੈ ਗਈਆਂ, ਉੱਥੇ ਨਾਲ ਦੀ ਨਾਲ ਸੰਗਤ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਵੀ ਬਾਬਾ ਲਹਿਣਾ ਜੀ ਨੂੰ ਸੰਭਾਲਣੀ ਪਈ। ਤੇ ਇਹ ਆਗੂ ਬਣ ਕੇ ਤੇ ਸੰਗਤ ਦੇ ਨਾਲ ਜਵਾਲਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗੇ। ਸਮਾਂ ਬੀਤਿਆ। ਜਿਸ ਤਰ੍ਹਾਂ ਗੁਰਬਾਣੀ ਵਿੱਚ ਕਥਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ।
ਹੁਣ ਉਹ ਸਮਾਂ ਆਣ ਪੁੰਨਿਆ, ਸੰਜੋਗ ਦਾ ਸਮਾਂ ਜਿਹੜਾ ਸੀ ਉਹ ਆ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋ ਇਹਨਾਂ ਦੇ ਕੰਨਾਂ ਵਿੱਚ ਪਈ। ਇਹ ਸਮਾਂ ਉਹ ਹੈ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਰਤਾਰਪੁਰ ਸਾਹਿਬ ਨਿਵਾਸ ਰੱਖ ਰਹੇ ਨੇ। ਸਾਰੀਆਂ ਉਦਾਸੀਆਂ ਕਰਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਵੀ ਦੇ ਕੰਢੇ ਤੇ ਜਿਹੜਾ ਨਗਰ ਵਸਾਇਆ ਸੀ ਕਰਤਾਰਪੁਰ, ਸਤਿਗੁਰੂ ਜੀ ਉੱਥੇ ਰਹਿੰਦੇ ਹਨ। ਤੋ ਇਹ ਇੱਕ ਵਾਰੀ ਸੰਗਤ ਲੈ ਕੇ ਗਏ ਜਵਾਲਾ ਜੀ ਤੇ ਭਾਈ ਲਹਿਣਾ ਜੀ। ਉੱਥੇ ਕੁਝ ਜੋਗੀਆਂ, ਕੁਝ ਫਕੀਰਾਂ ਦੇ ਨਾਲ ਬਚਨ ਵਿਲਾਸ ਕਰਦਿਆਂ ਹੋਇਆਂ ਇਹਨਾਂ ਨੂੰ ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੋਹ ਜਿਹੜੀ ਸੀ ਉਹ ਪ੍ਰਾਪਤ ਹੋਈ ਔਰ ਇਹਨਾਂ ਦਾ ਜੀ ਕੀਤਾ ਕਿ ਮੈਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਾਂ। ਹੋਇਆ ਕਿ ਜਦੋਂ ਇਹ ਨਗਰ ਆਏ ਤੇ ਨਗਰ ਦੇ ਰਹਿਣ ਵਾਲਾ ਹੀ ਇੱਕ ਜ਼ਿਮੀਂਦਾਰ ਜਿਸ ਦਾ ਨਾਮ ਭਾਈ ਜੋਧ ਇਤਿਹਾਸ ਵਿੱਚ ਲਿਖਿਆ ਹੋਇਆ ਹੈ, ਭਾਈ ਜੋਧ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਆਸਾ ਦੀ ਵਾਰ ਵਿੱਚ ਉਚਾਰਨ ਕੀਤੀ ਹੋਈ ਜਿਹੜੀ 21ਵੀਂ ਪੌੜੀ ਹੈ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ, ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਇਹ ਸ਼ਬਦ ਪੜ੍ਹ ਰਹੇ ਸਨ। ਇਸ ਸ਼ਬਦ ਬਾਰੇ ਜਦੋਂ ਭਾਈ ਲਹਿਣਾ ਜੀ ਨੇ ਪੁੱਛਿਆ ਕਿ ਇਹ ਸ਼ਬਦ ਕਿਹਨਾਂ ਦਾ ਉਚਾਰਨ ਕੀਤਾ ਹੈ ਤੇ ਉਸ ਵੇਲੇ ਭਾਈ ਜੋਧ ਮੱਲ ਜੀ ਨੇ ਦੱਸਿਆ ਕਿ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਰਚਿਆ ਹੋਇਆ ਸ਼ਬਦ ਹੈ। ਉਸ ਦੇ ਨਾਲ ਵੀ ਇਹਨਾਂ ਦੇ ਅੰਦਰ ਖਿੱਚ ਪੈਦਾ ਹੋਈ। ਇੱਕ ਇਸੇ ਹੀ ਨਗਰ ਦੇ ਰਹਿਣ ਵਾਲੇ ਸ਼ੀਆਂ ਭਾਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਿੱਖ ਸਨ। ਤੋ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਿੱਖ ਹੋਣ ਕਰਕੇ ਉਹਨਾਂ ਦਾ ਜੀਵਨ ਉੱਚਾ ਸੁੱਚਾ ਵੇਖ ਕੇ, ਗੁਰਮੁਖੀ ਕਦਰਾਂ ਕੀਮਤਾਂ ਨੂੰ ਵੇਖ ਕੇ ਭਾਈ ਲਹਿਣਾ ਜੀ ਦੇ ਮਨ ਦਾ ਉਛਾਲਾ ਵੱਜਾ ਕਿ ਐਤਕਾ ਜਦੋਂ ਵੀ ਜਵਾਲਾ ਜੀ ਦੇ ਦਰਸ਼ਨ ਕਰਨ ਜਾਣਾ, ਆਖਰ ਰਸਤਾ ਤਾਂ ਉਹੀ ਹੈ ਤੇ ਜਾਂਦੇ ਹੋਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਜ਼ਰੂਰ ਕਰਨਾ। ਜਦੋਂ ਇਸ ਤਰ੍ਹਾਂ ਦੀ ਭਾਵਨਾ ਬਣਾ ਕੇ ਸੰਗਤ ਦੇ ਨਾਲ ਤੁਰੇ, 1532 ਈਸਵੀ ਦਾ ਸਮਾਂ ਉਸ ਵੇਲੇ ਤੱਕ ਆ ਚੁੱਕਿਆ ਹੋਇਆ ਸੀ। ਤੋ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੀ ਲਾਲਸਾ ਜਿਹੜੀ ਸੀ ਉਹ ਜ਼ਿਆਦਾ ਬਲਬਲਾ ਬਣਿਆ ਹੋਇਆ ਸੀ, ਉਮਾਹਿਤ ਹੋ ਰਹੀ ਸੀ ਅੰਦਰ। ਤੇ ਜਦੋਂ ਕਰਤਾਰਪੁਰ ਸਾਹਿਬ ਦੇ ਕੋਲ ਆਏ ਤੇ ਇਹਨਾਂ ਨੇ ਆਪਣੀ ਸੰਗਤ ਨੂੰ ਆਖਿਆ ਕਿ ਤੁਸੀਂ ਇੱਥੇ ਰੁਕੋ ਤੇ ਮੈਂ ਗੁਰੂ ਨਾਨਕ ਤਪੇ ਦਾ ਦਰਸ਼ਨ ਕਰਨ ਵਾਸਤੇ ਜਾਣਾ ਚਾਹੁੰਦਾ। ਮੈਂ ਘੋੜੀ ਤੇ ਚੜ੍ਹ ਕੇ ਜਾਵਾਂਗਾ ਤੇ ਦਰਸ਼ਨ ਕਰਕੇ ਵਾਪਸ ਤੁਹਾਡੇ ਕੋਲ ਆ ਜਾਵਾਂਗਾ, ਫਿਰ ਅੱਗੇ ਚੱਲਾਂਗਾ। ਤੋ ਭਾਈ ਲਹਿਣਾ ਜੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਾ ਮਨ ਬਣਾ ਕੇ ਉਸ ਪਾਸੇ ਨੂੰ ਤੁਰੇ ਤੇ ਸੋਚਿਆ ਕਿ ਕੌਣ ਦੱਸੇਗਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਹੜੇ ਨੇ, ਕਿਵੇਂ ਮਿਲਾਪ ਹੋਵੇਗਾ। ਅਚਨਚੇਤ ਕੀ ਹੋਇਆ ਕਿ ਉਧਰੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਤੋਂ ਆਪਣੀ ਧਰਮਸ਼ਾਲਾ ਤੋਂ ਨਿਕਲ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਲਹਿਣੇ ਜੀ ਦੇ ਅੱਗੋਂ ਵਾਂਡੀ ਆ ਗਏ। ਜਦੋਂ ਭਾਈ ਲਹਿਣਾ ਜੀ ਨੇ ਪੁੱਛਿਆ ਕਿ ਮੈਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨਾ ਚਾਹੁੰਦਾ ਹਾਂ, ਤੇ ਉਹਨਾਂ ਨੇ ਆਖਿਆ ਆ ਪੁਰਖਾ ਤੈਨੂੰ ਦਰਸ਼ਨ ਕਰਵਾ ਦਿੰਦੇ ਆ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਘੋੜੀ ਦੀ ਵਾਗ ਫੜ ਲਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਲੈ ਕੇ ਭਾਈ ਲਹਿਣਾ ਜੀ ਨੂੰ ਉੱਥੇ ਪਹੁੰਚ ਗਏ। ਜਦੋਂ ਘਰ ਜਾ ਕੇ ਹੁਕਮ ਕੀਤਾ ਕਿ ਇੱਥੇ ਕਿੱਲੇ ਦੇ ਨਾਲ ਘੋੜੀ ਬੰਨ੍ਹ ਦਿਓ, ਉਹਨਾਂ ਨੇ ਘੋੜੀ ਬੰਨ੍ਹ ਦਿੱਤੀ। ਆਪ ਸਤਿਗੁਰੂ ਜੀ ਅੰਦਰ ਚਲੇ ਗਏ। ਜਦੋਂ ਭਾਈ ਲਹਿਣਾ ਅੰਦਰ ਗਏ, ਸਤਿਗੁਰੂ ਜੀ ਆਸਣ ਤੇ ਸੁਭਾਏਮਾਨ ਸਨ। ਜਾ ਕੇ ਦਰਸ਼ਨ ਕੀਤਾ, ਮੱਥਾ ਟੇਕਿਆ। ਜਿਉਂ ਹੀ ਮੱਥਾ ਟੇਕ ਕੇ ਉੱਪਰ ਉੱਠੇ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣਾ ਕਿਰਪਾ ਭਰਿਆ ਹੱਥ ਜਿਹੜਾ ਸੀ ਉਹ ਇਹਨਾਂ ਦੇ ਸੀਸ ਉੱਤੇ ਰੱਖਿਆ। ਭੱਟਾ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਨੇ ਸੋਈ ਪੁਰਖ ਕਰਤਾਰ ਕਰਨਾ ਕਾਰਨ ਸਮਰੱਥੋ, ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ, ਤਾ ਧਰਿਓ ਮਸਤਕ ਹੱਥ ਸਹਜ ਅਮਿਓ ਉਠੋ, ਛਾਜ ਸੋਰ ਨਰ ਗਣ ਮੁਨ ਬੋਹੇ ਆਗਾਜ, ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ, ਪੰਚਪੂਤ ਏਕ ਘਰ ਰਾਖ ਲੈ ਸਮਾਜ। ਭਾਵ ਸਿਰ ਦੇ ਉੱਤੇ ਹੱਥ ਰੱਖਦਿਆਂ ਸਾਰ ਹੀ ਭਾਈ ਲਹਿਣਾ ਜੀ ਦੀ ਮਨੋਬਿਰਤੀ ਇੰਨੀ ਉੱਚੀ ਹੋ ਗਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਉਹਨਾਂ ਦਾ ਭਟਕਦਾ ਹੋਇਆ ਮਨ, ਦੌੜਦਾ ਹੋਇਆ ਮਨ ਜਿਹੜਾ ਸੀ ਉਹ ਉਸ ਵੇਲੇ ਟਿਕ ਗਿਆ। ਤੋ ਭਾਈ ਲਹਿਣਾ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਦੇ ਨੇ ਤੇ ਦਰਸ਼ਨ ਕਰਦਿਆਂ ਮਨ ਦੇ ਵਿੱਚ ਥੋੜਾ ਅਹਿਸਾਸ ਹੋਇਆ ਆਪਣੇ ਨੀਵੇਂਪਣ ਦਾ ਕਿ ਮੇਰੇ ਕੋਲੋਂ ਕਿੰਨੀ ਵੱਡੀ ਗਲਤੀ ਹੋ ਗਈ ਹੈ। ਜੇ ਭੁੱਲਦਾ ਨਾ ਹੋਵਾਂ ਤੇ ਇਹ ਤਾਂ ਉਹੀ ਸਾਹਿਬ ਨੇ ਜਿਨ੍ਹਾਂ ਨੇ ਮੇਰੇ ਘੋੜੀ ਨੂੰ ਫੜ ਕੇ ਲਿਆਂਦਾ ਸੀ। ਤੋ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਭਾਈ ਤੇਰਾ ਨਾਂ ਕੀ ਹੈ, ਪੁਰਖਾ ਨਾਂ ਕੀ ਹੈ ਤੇਰਾ,
ਕਹਿਣ ਲੱਗੇ ਜੀ ਮੇਰਾ ਨਾਂ ਹੈ ਲਹਿਣਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ, ਭਾਈ ਲਹਿਣੇਦਾਰ ਹਮੇਸ਼ਾ ਘੋੜਿਆਂ ਤੇ ਚੜ੍ਹ ਕੇ ਹੀ ਆਇਆ ਕਰਦੇ ਨੇ, ਤੁਸੀਂ ਲੈਣਾ ਤੇ ਅਸੀਂ ਦੇਣਾ। ਇਹ ਬਚਨ ਉਦੋਂ ਹੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਰ ਦਿੱਤਾ। ਭਾਈ ਲਹਿਣਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਾਤ ਰਹੇ। ਰਾਤ ਨੂੰ ਇਹਨਾਂ ਨੂੰ ਇੰਜ ਅਹਿਸਾਸ ਹੋਇਆ ਕਿ ਜਿਸ ਤਰ੍ਹਾਂ ਜਿਸ ਜਵਾਲਾ ਦੇਵੀ ਤੇ ਜਿਸ ਜਵਾਲਾਮੁਖੀ ਤੇ ਦਰਸ਼ਨ ਕਰਨ ਵਾਸਤੇ ਜਾਣਾ, ਉਹ ਦੇਵੀ ਇਹਨਾਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਘਰ ਦਾ ਝਾੜੂ ਲਾਉਂਦੀ ਹੋਈ ਜਿਹੜੀ ਸੀ ਉਹ ਦਿਖਾਈ ਦਿੱਤੀ। ਤੋ ਇਹਨਾਂ ਦਾ ਮਨ ਪੱਕਾ ਹੋ ਗਿਆ ਕਿ ਹੁਣ ਕਿਸੇ ਹੋਰ ਦਰ ਤੇ ਨਹੀਂ ਜਾਣਾ, ਜੇ ਜ਼ਿੰਦਗੀ ਗੁਜ਼ਾਰਨੀ ਹੈ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ 'ਚ ਗੁਜ਼ਾਰਨੀ ਹੈ। ਇਹਨਾਂ ਦੇ ਪਾਵਨ ਚਰਨਾਂ ਨੂੰ, ਇਹਨਾਂ ਦੀ ਸੇਵਾ ਨੂੰ, ਇਹਨਾਂ ਦੇ ਨਾਮ ਨੂੰ ਸਮਰਪਿਤ ਹੋ ਕੇ ਜੀਵਣੀ ਹੈ। ਤੋ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਦੇ ਹੀ ਹੋ ਕੇ ਰਹਿ ਗਏ। ਭਾਈ ਲਹਿਣਾ ਨੇ ਆਪਣੇ ਸਾਥੀਆਂ ਨੂੰ ਜਾ ਕੇ ਕਹਿ ਦਿੱਤਾ ਕਿ ਮੈਂ ਹੁਣ ਕਿਤੇ ਨਹੀਂ ਜਾਵਾਂਗਾ, ਮੈਂ ਜਿੱਥੇ ਦਾ ਸਾਂ, ਜਿੱਥੇ ਆਉਣਾ ਸੀ ਉੱਥੇ ਮੈਂ ਆ ਗਿਆ, ਹੁਣ ਮੇਰਾ ਕਿਤੇ ਜਾਣ ਦਾ ਮਨ ਨਹੀਂ ਰਿਹਾ। ਸਾਥੀਆਂ ਨੇ ਮਾੜਾ ਚੰਗਾ ਵੀ ਬੋਲਿਆ, ਪਰ ਭਾਈ ਲਹਿਣਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆ ਗਏ। 4 ਕੁ ਦਿਨ ਰਹਿਣ ਤੋਂ ਬਾਅਦ ਫਿਰ ਨਗਰ ਗਏ। ਜਾ ਕੇ ਘਰ ਦੇ ਕੰਮ ਕਾਜ ਨੂੰ ਕੁਝ ਸੰਕੋਚ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਆ ਗਏ। ਤੋ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਸਨ ਇੱਥੇ ਵਾਪਰੀਆਂ, ਜਿਸ ਨੂੰ ਸਾਡੇ ਇਤਿਹਾਸ ਨੇ ਉਲੀਕਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਨੇ ਕਿਸ ਢੰਗ ਨਾਲ ਸੇਵਾ ਕੀਤੀ, ਕਿਵੇਂ ਆਗਿਆ ਮੰਨੀ, ਬਹੁਤ ਲੰਬਾ ਇਤਿਹਾਸ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਉਹਨਾਂ ਨੇ ਕਿਸ ਤਰ੍ਹਾਂ ਦਾ ਜੀਵਨ ਜੀਵਿਆ, ਇਹ ਸਾਡੇ ਵਾਸਤੇ, ਸਾਡਾ ਮਾਰਗਦਰਸ਼ਨ ਕਰਨ ਵਾਸਤੇ ਬਹੁਤ ਸਾਰੀਆਂ ਸਾਖੀਆਂ ਇਤਿਹਾਸ ਵਿੱਚ ਦਰਜ ਨੇ। ਖੈਰ, ਮੈਂ ਅਰਜ਼ ਕਰ ਰਿਹਾ ਸਾਂ ਕਿ ਇਹ 7 ਕੁ ਸਾਲ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰਹੇ। ਉਹਨਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਗੁਰਸਿੱਖਾਂ ਵਾਸਤੇ ਨਵੇਂ ਪੂਰਨੇ ਪਾਏ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਅਜਮਾਇਸ਼ ਕਰਨ ਤੋਂ ਬਾਅਦ, ਇਹਨਾਂ ਦੀ ਪਰਖ ਕਰਨ ਤੋਂ ਬਾਅਦ, ਇਹ ਜਦੋਂ ਪਰਚੇ ਵਿੱਚ ਪਾਸ ਹੋ ਗਏ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਰਾਜਯੋਗ ਤਖਤ ਉੱਤੇ ਇਹਨਾਂ ਨੂੰ 1539 ਦੇ 17 ਹਾੜ ਨੂੰ ਰਾਜਯੋਗ ਤਖਤ ਤੇ ਸੁਭਾਇਮਾਨ ਕਰ ਦਿੱਤਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਸੁਭਾਇਮਾਨ ਕੀਤਾ ਤੇ ਨਾਲ ਹੀ ਇੱਕ ਹੁਕਮ ਕਰ ਦਿੱਤਾ ਕਿ ਪੁਰਖਾ ਤੂੰ ਹੁਣ ਖਡੂਰ ਚਲਾ ਜਾ, ਤੂੰ ਕਰਤਾਰਪੁਰ ਨਹੀਂ ਰਹਿਣਾ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰਗੱਦੀ ਦਿੰਦੇ ਨੇ 17 ਹਾੜ ਨੂੰ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇਹ ਦਾ ਉੱਲਾ ਕਰਦੇ ਨੇ 22 ਅੱਸੂ ਨੂੰ। ਇਸ ਵਾਸਤੇ ਉਹ 3 ਕੁ ਮਹੀਨੇ ਪਹਿਲਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਗੱਦੀ ਜਿਹੜੀ ਸੀ ਉਹ ਦੇ ਦਿੱਤੀ ਸੀ। ਤੋ ਗੁਰਗੱਦੀ ਦੇ ਕੇ ਹੁਕਮ ਕਰਤਾ ਤੂੰ ਖਡੂਰ ਚਲਾ ਜਾ, ਕਿਉਂਕਿ ਜਿਹੜੀ ਮਾਈ ਸਭਰਾਈ ਸੀ ਇਸ ਦੇ ਘਰ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਸਨ। ਜਦੋਂ ਸਤਿਗੁਰਾਂ ਦੇ ਘਰ ਚਰਨ ਪਾਏ ਤੇ ਇਹਨੇ ਅਰਜ਼ ਕੀਤੀ, ਜੀ ਕਿਰਪਾ ਕਰੋ ਕੁਝ ਸਮਾਂ ਹੋਰ ਮੇਰੇ ਘਰ ਵਿੱਚ ਠਹਿਰੋ, ਸਾਨੂੰ ਸੇਵਾ ਕਰਨ ਦਾ ਹੋਰ ਮੌਕਾ ਮਿਲ ਜਾਏ। ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਸੀ, ਥੋੜਾ ਕੀ ਲੰਬਾ ਸਮਾਂ ਤੇਰੇ ਘਰ ਰਵਾਂਗੇ ਤੇ ਇਸੇ ਮੰਜੀ ਉੱਤੇ ਟਿਕਾਂਗੇ। ਨਾਲ ਇਹ ਵੀ ਬਚਨ ਕਰ ਦਿੱਤਾ ਸੀ, ਜਿਸ ਮੰਜੀ ਤੇ ਸੁਭਾਇਮਾਨ ਹੋਏ ਸਨ ਪਾਤਸ਼ਾਹ, ਕਹਿਣ ਲੱਗੇ ਇਸੇ ਮੰਜੀ ਤੇ ਟਿਕਾਂਗੇ। ਸੋ ਉਸ ਕਥਨ ਦੇ ਅਨੁਸਾਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਜਦੋਂ ਸੁਭਾਇਮਾਨ ਹੋਏ, ਸਤਿਗੁਰੂ ਜੀ ਗੁਰਗੱਦੀ ਦੇ ਦਿੱਤੀ। ਗੁਰੂ ਅੰਗਦ ਦੇਵ ਜੀ ਇਸ ਮਾਈ ਸਭਰਾਈ ਦੇ ਘਰ ਵਿੱਚ ਚਲੇ ਗਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇਹ ਦਾ ਓਹਲਾ ਕਰ ਗਏ। ਦੇਹ ਦਾ ਓਹਲਾ ਕਰਨ ਤੋਂ ਬਾਅਦ ਸੰਗਤਾਂ ਜਿਹੜੀਆਂ ਸਨ ਬੜੀਆਂ ਵੈਰਾਗ ਦੀ ਦਸ਼ਾ ਵਿੱਚ ਸਨ। ਉਸ ਵੇਲੇ ਸਮਝ ਨਹੀਂ ਸੀ ਲੱਗ ਰਹੀ ਕਿ ਹੁਣ ਇਹ ਸਿਰ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਿਆ ਹੋਇਆ ਹੈ, ਹੁਣ ਕਿਸ ਦਰ ਤੇ ਝੁਕਾਇਆ ਜਾਵੇ, ਕਿਹਨਾਂ ਦੇ ਅੱਗੇ ਝੁਕਾਇਆ ਜਾਵੇ। ਸਮੇਂ ਦੇ ਮਾਲਕ ਕੌਣ ਨੇ? ਬਹੁਤ ਸਾਰੀ ਸੰਗਤ ਦੁਬਿਧਾ ਵਿੱਚ ਸੀ। ਜਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਗੁਰਗੱਦੀ ਦੇ ਦਿੱਤੀ ਸੀ, ਭਾਈ ਲਹਿਣੇ ਤੋਂ ਅੰਗਦ ਬਣਾ ਦਿੱਤਾ ਸੀ, ਉਹ ਹੁਣ ਕਿੱਥੇ ਨੇ ਇਹ ਵੀ ਕਿਸੇ ਨੂੰ ਪਤਾ ਨਹੀਂ। ਤੋ ਮੁਖੀ ਸਿੱਖ ਜਿਹੜੇ ਸਨ, ਭਾਈ ਅਜਿੱਤੇ ਵਰਗੇ, ਭਾਈ ਸੁਧਾਰਨ ਵਰਗੇ, ਇਹ ਇਕੱਠੇ ਹੋ ਕੇ ਬਾਬਾ ਬੁੱਢਾ ਜੀ ਪਾਸ ਰਮਦਾਸ ਗਏ ਤੇ ਉਹਨਾਂ ਨੇ ਜਾ ਕੇ ਅਰਜ਼ ਕੀਤੀ, ਬਾਬਾ ਜੀ ਤੁਸੀਂ ਸਾਡੇ ਨਾਲ ਚੱਲੋ ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਪਤਾ ਕਰੀਏ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਪਤਾ ਕਰਨ ਵਾਸਤੇ ਬਾਬਾ ਬੁੱਢਾ ਜੀ ਅਤੇ ਇਹ ਪ੍ਰਮੁੱਖ ਸਿੱਖ ਜਿਹੜੇ ਸਨ ਇਹ ਖਡੂਰ ਪਹੁੰਚੇ। ਇਹਨਾਂ ਨੇ ਜਾ ਕੇ ਪਤਾ ਕੀਤਾ, ਕਿਉਂਕਿ ਮਾਈ ਸਭਰਾਈ ਨੂੰ ਹੁਕਮ ਨਹੀਂ ਸੀ ਸਤਿਗੁਰੂ ਜੀ ਦਾ ਕਿ ਕਿਸੇ ਨੂੰ ਦੱਸਿਆ ਜਾਵੇ। ਇਸ ਵਾਸਤੇ ਉਹਨਾਂ ਨੇ ਨਾ ਦੱਸਿਆ, ਪਰ ਇਹਨਾਂ ਨੂੰ ਅਹਿਸਾਸ ਹੋ ਗਿਆ ਕਿ ਮਾਈ ਭਰਾਈ ਦੇ ਘਰ ਵਿੱਚ ਹੀ ਹਨ ਸਤਿਗੁਰੂ ਸੱਚੇ ਪਾਤਸ਼ਾਹ। ਇਸ ਵਾਸਤੇ ਇਹ ਬਾਹਰ ਹੀ ਬੈਠ ਗਏ
ਤੇ ਪੁੱਛਿਆ ਗਿਆ ਬਾਬਾ ਬੁੱਢਾ ਜੀ ਨੂੰ ਕਿ ਬਾਬਾ ਜੀ ਹੁਣ ਕੀ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਭਾਈ ਬਲਵੰਡ ਨੂੰ ਕਿ ਬਲਵੰਡ ਤੂੰ ਕੀਰਤਨ ਕਰ, ਜਦੋਂ ਗੁਰੂ ਨਾਨਕ ਦੀ ਆਵਾਜ਼ ਸੁਣਨਗੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਆਪਣੇ ਆਪ ਬਾਹਰ ਆ ਜਾਣਗੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਭਾਈ ਬਲਵੰਡ ਜੀ ਨੇ ਜਿਉਂ ਹੀ ਕੀਰਤਨ ਆਰੰਭ ਕੀਤਾ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਬਾਹਰ ਆ ਗਏ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਸੰਗਤ ਵਿੱਚ ਸੁਭਾਏਮਾਨ ਹੋਏ, ਦਰਸ਼ਨ ਦਿੱਤਾ, ਸੰਗਤਾਂ ਨੇ ਮੱਥਾ ਟੇਕਿਆ। ਗੁਰਸਿੱਖਾਂ ਪਿਆਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕੀਤੀ ਗਈ, ਗਰੀਬ ਨਵਾਜ ਕਿਰਪਾ ਕਰੋ, ਹੁਣ ਆਪ ਜੀ ਸੰਗਤ ਵਿੱਚ ਜਾ ਕੇ ਸਾਰਿਆਂ ਨੂੰ ਦਰਸ਼ਨ ਦਿਓ। ਤੋ ਇਸ ਤਰ੍ਹਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੇ ਵਿੱਚ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਤਖਤ ਤੇ ਸੁਭਾਏਮਾਨ ਹੋਏ, ਸੰਗਤਾਂ ਆਉਣ ਲੱਗੀਆਂ। ਜਦੋਂ ਅਸੀਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਵੇਖਦੇ ਹਾਂ ਕਿ ਉਹਨਾਂ ਦਾ ਨਿਤ ਕਰਮ ਕੀ ਸੀ, ਮੈਂ ਇਹਦੇ ਬਾਰੇ ਅਰਜ਼ ਕਰ ਦੇਣੀ ਚਾਹਾਂਗਾ। ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠਦੇ, ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਨਾਮ ਸਿਮਰਨ ਕਰਦੇ, ਸਮਾਧੀ ਲਾਉਂਦੇ। ਉਸ ਤੋਂ ਬਾਅਦ ਜਦੋਂ ਫੇਰ ਆਸਾ ਜੀ ਦੀ ਵਾਰ ਦਾ ਕੀਰਤਨ ਦਾ ਸਮਾਂ ਹੁੰਦਾ, ਸਤਿਗੁਰੂ ਜੀ ਕੀਰਤਨ ਵਿੱਚ ਆਣ ਕੇ ਦਰਸ਼ਨ ਦਿੰਦੇ। ਕਦੀ ਭਾਈ ਬਲਵੰਡ, ਕਦੀ ਭਾਈ ਰਜ਼ਾਦਾ ਜਿਹੜਾ ਸੀ ਭਾਈ ਮਰਦਾਨਾ ਜੀ ਦਾ ਸੁਪੁੱਤਰ, ਉਹ ਕੀਰਤਨ ਕਰਦੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀਰਤਨ ਤੋਂ ਬਾਅਦ ਫਿਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਪ੍ਰਸ਼ਾਦੇ ਦਾ ਵਕਤ ਹੁੰਦਾ, ਪ੍ਰਸ਼ਾਦਾ ਛਕ ਕੇ ਥੋੜਾ ਜਿਹਾ ਸਮਾਂ ਬਿਰਾਜਦੇ। ਉਸ ਤੋਂ ਬਾਅਦ ਇਤਿਹਾਸ ਵਿੱਚ ਲਿਖਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਵਾਣ ਵਟਿਆ ਕਰਦੇ, ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਹੁਕਮ ਸੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਇਸ ਵਾਸਤੇ ਸਤਿਗੁਰੂ ਜੀ ਵਾਣ ਵਟਦੇ ਆਪਣੀ ਕਿਰਤ ਵਾਸਤੇ। ਵਾਣ ਵਟਣ ਤੋਂ ਬਾਅਦ ਫਿਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਬਾਹਰ ਆਉਂਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਦੇ ਨਾਲ ਹੀ ਕੁਝ ਬੱਚੇ ਹੁੰਦੇ, ਉਹਨਾਂ ਬੱਚਿਆਂ ਨੂੰ ਸਤਿਗੁਰੂ ਜੀ ਗੁਰਮੁਖੀ ਪੜ੍ਹਾਉਂਦੇ, ਪੰਜਾਬੀ ਪੜ੍ਹਾਉਂਦੇ। ਔਰ ਆਪ ਆਪਣੇ ਹਸਤ ਕਮਲਾਂ ਨਾਲ ਬਾਲ ਬੋਧ ਲਿਖ ਲਿਖ ਕੇ ਉਹਨਾਂ ਨੇ ਬੱਚਿਆਂ ਨੂੰ ਦਿੱਤੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ ਹੁੰਦੇ, ਉਸ ਵੇਲੇ ਕਿਸੇ ਵੀ ਹੋਰ ਦੂਜੇ ਬੰਦੇ ਨੂੰ ਉਹਨਾਂ ਦੇ ਨੇੜੇ ਆਉਣ ਦਾ ਹੁਕਮ ਨਹੀਂ ਸੀ ਹੁੰਦਾ। ਇਸੇ ਵਾਸਤੇ ਜਦੋਂ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਕੇ ਹਮਾਜ਼ੂ ਸਤਿਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਤੇ ਬਿਨਾਂ ਪੁੱਛਣ ਤੋਂ ਉੱਥੇ ਜਾਂਦਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੱਲ ਵੇਖਦੇ ਵੀ ਨਹੀਂ। ਉਸ ਵੱਲ ਜਦੋਂ ਤੱਕਿਆ ਨਹੀਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਵੇਖ ਕੇ ਕਿ ਇੱਕ ਫਕੀਰ ਨੇ ਮੇਰਾ ਤਿਰਸਕਾਰ ਕੀਤਾ ਹੈ, ਹਮਾਜ਼ੂ ਆਪਣੀ ਤਲਵਾਰ ਦੇ ਉੱਤੇ ਹੱਥ ਰੱਖਦਾ ਹੈ, ਤਲਵਾਰ ਕੱਢਣ ਲੱਗਦਾ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮੁਸਕਰਾ ਕੇ ਬਚਨ ਕਰਦੇ ਨੇ, ਹਮਾਯੂ ਜਿੱਥੇ ਤਲਵਾਰ ਕੱਢਣ ਦਾ ਵਕਤ ਸੀ ਉੱਥੇ ਤੇ ਤੂੰ ਕੱਢ ਨਹੀਂ ਸਕਿਆ, ਉੱਥੋਂ ਤਾਂ ਦੌੜ ਕੇ ਆ ਗਿਆ, ਭਗੌੜਾ ਹੋ ਕੇ ਆ ਗਿਆ, ਪਰ ਫਕੀਰਾਂ ਉੱਤੇ ਤਲਵਾਰ ਕੱਢਣ ਲੱਗਿਆ। ਉਸ ਵੇਲੇ ਢਹਿ ਕੇ ਹਮਾਯੂ ਜਿਹੜਾ ਸੀ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਪੈ ਗਿਆ। ਮੇਰਾ ਅਰਜ਼ ਕਰਨ ਤੋਂ ਭਾਵ ਸੀ ਕਿ ਸਤਿਗੁਰੂ ਜੀ ਆਪ ਬੱਚਿਆਂ ਨੂੰ ਗੁਰਮੁਖੀ ਜਿੱਥੇ ਪੜ੍ਹਾਉਂਦੇ ਉੱਥੇ ਨਾਲ ਦੀ ਨਾਲ ਗੁਰਮਤਿ ਕਦਰਾਂ ਕੀਮਤਾਂ ਵੀ ਸਿਖਾਉਂਦੇ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੱਲ ਅਖਾੜਾ ਰਚਿਆ, ਪਹਿਲਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ, ਸਤਿਗੁਰੂ ਜੀ ਆਪ ਉਹਨਾਂ ਨੂੰ ਕਿਰਪਾ ਕਰਕੇ ਦਰਸ਼ਨ ਦਿੰਦੇ ਔਰ ਜਿਹੜੇ ਜਿੱਤਣ ਵਾਲੇ ਹੁੰਦੇ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਣ ਪਿਆਰ ਬਖਸ਼ਿਸ਼ਾਂ ਦੇ ਨਾਲ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ। ਇਸ ਵਾਸਤੇ ਸਤਿਗੁਰੂ ਜੀ ਸਿਹਤ ਵਾਲੇ ਪਾਸੇ ਵੀ ਧਿਆਨ ਦੇਣ ਵੱਲ ਆਪਣੀ ਕੌਮ ਨੂੰ ਮੋੜਦੇ। ਉਸ ਤੋਂ ਬਾਅਦ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਸ਼ਾਮ ਦਾ ਕੀਰਤਨ ਦਾ ਵਕਤ ਹੋ ਜਾਂਦਾ ਹੈ, ਫਿਰ ਕੀਰਤਨ ਵਿੱਚ ਦਰਸ਼ਨ ਦਿੰਦੇ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਕਥਾ ਕਹਾਣੀਆਂ ਸਾਖੀਆਂ ਸਰਵਣ ਕਰਦੇ, ਸਤਿਗੁਰੂ ਜੀ ਦੇ ਬਚਨ ਕਰਦੇ। ਇਸ ਤਰ੍ਹਾਂ ਹੀ ਸਾਰਾ ਦਿਨ ਜਿਹੜਾ ਸੀ ਉਹ ਬਤੀਤ ਹੁੰਦਾ। ਫਿਰ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਮ ਨਾਲ ਜੁੜ ਜਾਂਦੇ। ਮੇਰਾ ਅਰਜ਼ ਕਰਨ ਤੋਂ ਭਾਵ ਸੀ ਕਿ ਇੱਕ ਪਾਸੇ ਇਹ ਲੰਗਰ ਚੱਲ ਰਿਹਾ ਸੀ ਜਿਹੜਾ ਜਿਸ ਨੂੰ ਸੱਤੇ ਬਲਵੰਡ ਨੇ ਲਿਖਿਆ ਕਿ ਇਹ ਲੰਗਰ ਚੱਲੈ ਗੁਰ ਸ਼ਬਦ, ਇਹ ਗੁਰੂ ਕੇ ਸ਼ਬਦ ਦਾ ਲੰਗਰ ਚੱਲ ਰਿਹਾ ਸੀ। ਦੂਸਰੇ ਪਾਸੇ ਮਾਤਾ ਖੀਵੀ ਜੀ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਿਲ ਨੇ, ਉਹਨਾਂ ਨੂੰ ਸਤਿਗੁਰੂ ਜੀ ਨੇ ਡਿਊਟੀ ਲਾਈ ਹੈ ਉਹਨਾਂ ਦੀ ਕਿ ਉਹ ਲੰਗਰ ਦਾ ਕੜਛਾ ਜਿਹੜਾ ਹੈ ਉਹ ਜਾਰੀ ਰੱਖਣ, ਲੰਗਰ ਦੀ ਦੇਗ ਤਿਆਰ ਰੱਖਣ ਸਦਾ ਹੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਜਿਹੜੀ ਉਹ ਲੰਗਰ ਦੀ ਦੇਗ ਚੱਲਦੀ ਹੈ, ਉਸ ਬਾਰੇ ਵੀ ਸੱਤੇ ਬਲਵੰਡ ਨੇ ਬੜਾ ਸੋਹਣਾ ਲਿਖਿਆ ਹੈ। ਉਹ ਕਹਿੰਦੇ ਨੇ, ਬਲਵੰਡ ਖੀਵੀ ਨੇਕ ਯਾਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ, ਗੁਰ ਸਿੱਖਾ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਇਹ ਲੰਗਰ ਚੱਲ ਰਿਹਾ ਹੈ। ਕਿਉਂਕਿ ਜਦੋਂ ਸਤਿਗੁਰੂ ਜੀ ਗੁਰਗੱਦੀ ਤੇ ਸੁਭਾਏਮਾਨ ਹੋਏ ਤੇ ਉਸ ਵੇਲੇ ਮਾਤਾ ਖੀਵੀ ਜੀ ਨੇ ਅਰਜ਼ ਕੀਤੀ ਸੀ ਕਿ ਸਾਹਿਬ ਜੀਓ ਮੈਨੂੰ ਕੀ ਹੁਕਮ ਹੈ,
ਤਾਂ ਸਤਿਗੁਰੂ ਜੀ ਬਚਨ ਕੀਤਾ ਕਿ ਜਦੋਂ ਮੈਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦਾ ਲੰਗਰ ਵਰਤਾਉਣ ਵਾਸਤੇ ਹੁਕਮ ਕੀਤਾ ਸੀ, ਤੇਰੀ ਡਿਊਟੀ ਉਸ ਵੇਲੇ ਅੰਨ ਦਾ ਲੰਗਰ ਚਲਾਉਣ ਦੀ ਲੱਗੀ ਹੈ, ਤੂੰ ਇਸ ਵਾਸਤੇ ਹੁਣ ਕੜਛਾ ਲੈ ਕੇ ਲੰਗਰ ਵਰਤਾ ਤੇ ਹਰ ਆਏ ਗਏ ਦੀ ਸੇਵਾ ਕਰ। ਸੋ ਇਸ ਭਾਵਨਾ ਨੂੰ ਮਾਤਾ ਖੀਵੀ ਜੀ ਨੇ ਨਿਭਾਇਆ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਜਿੱਥੇ ਸਾਰੇ ਸਤਿਗੁਰੂ ਸਾਹਿਬਾਨ ਵੱਲੋਂ ਕਿਤੇ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਬਗੈਰ ਕਿਸੇ ਹੋਰ ਸਤਿਗੁਰੂ ਦਾ ਨਾਂ ਨਹੀਂ ਲਿਖਿਆ ਗਿਆ। ਇੱਕ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਦਾ ਨਾਂ ਲਿਖਿਆ ਗਿਆ ਹੈ ਇਤਿਹਾਸ ਵਿੱਚ, ਗੁਰਬਾਣੀ ਵਿੱਚ ਵੀ ਉਹਨਾਂ ਦਾ ਨਾਂ ਜਿਹੜਾ ਹੈ ਉਹ ਆਇਆ ਔਰ ਸਤਿਗੁਰੂ ਸਾਹਿਬਾਨ ਵੱਲੋਂ ਲਿਖਿਆ ਹੋਇਆ ਮਿਲਦਾ ਹੈ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਐਸੀਆਂ ਕਿਰਪਾ ਕਰਦੇ ਜਿੱਥੇ ਸਤਿਗੁਰੂ ਜੀ ਨੇ ਗੁਰਮੁਖੀ ਪੜ੍ਹਾਉਣ ਵਾਲੇ ਪਾਸੇ ਤੋਰਿਆ, ਜਿੱਥੇ ਨਾਲ ਦੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਪਿਆਰਿਆਂ ਨੂੰ ਆਪਣੀ ਸਿਹਤ ਵਾਲੇ ਪਾਸੇ ਧਿਆਨ ਦੇਣ ਵਾਲੇ ਪਾਸੇ ਤੋਰਿਆ, ਉੱਥੇ ਨਾਲ ਦੀ ਨਾਲ ਅਨੇਕਾਂ ਲੋਕਾਂ ਦੇ ਰੋਗ ਸੋਗ ਵਿਪਤਾਵਾਂ ਕੱਟ ਕੇ ਉਹਨਾਂ ਨੂੰ ਮਹਾਨ ਸੁਖਮਈ ਜੀਵਨ ਬਖਸ਼ਿਸ਼ ਕੀਤਾ। ਉੱਥੇ ਸਭ ਤੋਂ ਵੱਡੀ ਕਿਰਪਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਕੀਤੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਜਨਮ ਸਾਖੀ ਦੇ ਰੂਪ ਵਿੱਚ ਜਿਹੜਾ ਸੀ ਉਹ ਲਿਖਵਾਇਆ ਔਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਸਾਨੂੰ ਸਾਰਿਆਂ ਨੂੰ ਜੋੜਿਆ। ਸੋ ਐਸੇ ਮਹਾਨ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬਾਰੰਬਾਰ ਨਮਸਕਾਰ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਸਤਿ ਸ਼੍ਰੀ ਅਕਾਲ।